हाँ जी राजे, अज आप कुछ MCQ करांगे तो कुछ इंपोर्टेंट जो कनसैप्ट ने वो करांगे। जो अपना माइक्रो इकनॉमिक्स आ पहला तो दूसरा चैप्टर। तो हम पहला MCQ देखो, एग्रीगेशन इज इनवॉल्वड इन भी जो अपना एग्रीगेशन आ वो कि इकनॉमिक्स के इंकलूड होंदा वा भी माइक्रो के या माइक्रो च। तो जो अपना एग्रीगेशन आ वो दोनों इकनॉमिक्स के इनवॉल्व होंदा, चाहे वो माइक्रो इकनॉमिक्स आ चाहे वो माइक्रो आ। क्योंकि जो अपनी माइक्रो इकनॉमिक्स आ ये आप एग्रीगेशन की गल करते हैं, आप इंडिविजुअल लैवल पर गल करते हैं। जो अपनी माइक्रो इकनॉमी जो एग्रीगेशन आ ਉਹਦੀ ਆਪਾਂ ਗੱਲ ਕਰਦੇ हैं पूरी होल इकोनॉमी ते, बट एग्रीगेशन दोनों ਦੇ ਵਿੱਚ इनवॉल्व आ। तो इसका जो अपना ऑप्शन होगी वो सी होगी भी जो अपना एग्रीगेशन आ वो दोनों इकनॉमिक्स ਦੇ ਵਿੱਚ ਕੀ ਆ इनवॉल्व ਹੁੰਦਾ। उस तो बाद आ गया कहते ਆਪਾਂ प्रोडक्शन कर रहे हैं ਸ਼ੂਗਰ ਦੀ, ਤਾਂ ਉਹਦੇ ਵਿੱਚ ਆਪਣੇ ਲਈ ਸ਼ੂਗਰ ਕੇਨ ਕੀ ਹੋਊਗਾ ਵੀ ਫਾਈਨਲ ਗੁੱਡ ਹੋਊਗੀ ਆਪਣੇ ਲਈ ਜਾਂ ਇੰਟਰਮੀਡੀਏਟ ਗੁੱਡ ਹੋਊਗੀ। ਤਾਂ ਜਿੱਥੇ ਆਪਣਾ ਜਿਹੜਾ ਸ਼ੂਗਰ ਕੇਨ ਆ ਉਹ ਆਪਣਾ ਕੀ ਹੈ ਜੀ ਇੰਟਰਮੀਡੀਏਟ ਗੁੱਡ ਆ। ਤਾਂ ਹੁਣ ਦੇਖੋ ਕੋਈ ਵੀ ਜਿਹੜੀ ਆਪਣੀ ਗੁੱਡ ਆਪਾਂ ਨੇ ਦੇਖਣੀ ਵੀ ਉਹ ਫਾਈਨਲ ਹੁੰਦੀ ਆ ਜਾਂ ਇੰਟਰਮੀਡੀਏਟ ਗੁੱਡ ਹੁੰਦੀ ਆ, ਉਹਦਾ ਪਤਾ ਕਿੱਥੋਂ ਲੱਗਦਾ ਜੀ ਐਂਡ ਯੂਜ਼ ਤੋਂ ਪਤਾ ਲੱਗਦਾ ਵੀ ਉਹਨੂੰ ਆਪਾਂ ਕਿਹੜੇ ਪਰਪਸ ਦੇ ਲਈ ਕੀ ਆ ਯੂਜ਼ ਕਰ ਰਹੇ ਆ। ठीक है, ਹੁਣ देखो ਜਿਹੜੀਆਂ ਫਾਈਨਲ ਗੁੱਡਸ ਹੁੰਦੀਆਂ ਨੇ ਉਹ ਹੁੰਦੀਆਂ ਨੇ ਜਿਹੜੀ ਆਪਣੀ ਬਣ ਕੇ ਤਿਆਰ ਹੋ ਚੁੱਕੀਆਂ ਨੇ, ਜਿਹੜੀ ਆਪਣੀ ਬਾਉਂਡਰੀ ਲਾਈਨ ਉਹ ਪ੍ਰੋਡਕਸ਼ਨ ਨੂੰ ਕ੍ਰਾਸ ਕਰ ਚੁੱਕੀਆਂ ਨੇ, ਜਿਨ੍ਹਾਂ 'ਚ ਵੈਲਿਊ ਐਡ ਹੋ ਚੁੱਕੀ ਆ ਤੇ ਰੈਡੀ ਨੇ ਯੂਜ਼ ਹੋਣ ਦੇ ਲਈ, ਉਹ ਆਪਣੀਆਂ ਫਾਈਨਲ ਗੁੱਡਸ ਹੁੰਦੀਆਂ ਨੇ। ਜਿਹੜੀਆਂ ਆਪਣੀਆਂ ਇੰਟਰਮੀਡੀਏਟ ਗੁੱਡਸ ਹੁੰਦੀਆਂ ਨੇ ਜਿਹੜੀਆਂ ਹਾਲੇ ਬਣ ਕੇ ਤਿਆਰ ਨਹੀਂ ਹੋਈਆਂ, ਜਿਨ੍ਹਾਂ ਦੇ ਵਿੱਚ ਵੈਲਿਊ ਐਡ ਹਾਲੇ ਹੋਣੀ ਆ ਤੇ ਜਿਹੜੀ ਆਪਣੀ ਬਾਉਂਡਰੀ ਲਾਈਨ ਉਹ ਪ੍ਰੋਡਕਸ਼ਨ ਉਹਨੂੰ ਕ੍ਰਾਸ ਉਹਨਾਂ ਨੇ ਨਹੀਂ ਕੀਤਾ ਹੈਗਾ, ਤਾਂ ਉਹ ਕਿਹੜੀਆਂ ਹੁੰਦੀਆਂ ਨੇ ਇੰਟਰਮੀਡੀਏਟ ਗੁੱਡਸ। ਕਿਉਂਕਿ ਇੱਕ ਜਿਹੜੀ ਸੇਮ ਗੁੱਡ ਆ ਉਹ ਫਾਈਨਲ ਵੀ ਹੋ ਸਕਦੀ ਆ ਇੰਟਰਮੀਡੀਏਟ ਵੀ ਹੋ ਸਕਦੀ ਆ। ਉਹਦਾ ਪਤਾ ਕਿੱਥੋਂ ਲੱਗਦਾ ਆਪਾਂ ਨੂੰ ਐਂਡ ਯੂਜ਼ ਤੋਂ ਪਤਾ ਲੱਗਦਾ ਵੀ ਉਹਨੂੰ ਅੱਗੇ ਫਰਦਰ ਰੀਸੇਲ ਕਰਨ ਲਈ ਆਪਾਂ ਯੂਜ਼ ਕਰ ਰਹੇ ਹਾਂ, ਜਦੋਂ ਆਪਾਂ ਐਜ਼ ਏ ਕੰਜ਼ਿਊਮਰ ਆਪਣੀ ਵਾਂਟਸ ਨੂੰ ਸੈਟੀਸਫਾਈਡ ਕਰਨ ਲਈ ਕੀ ਕਰ ਰਹੇ ਹਾਂ ਯੂਜ਼ ਕਰ ਰਹੇ ਹਾਂ। ਉਸ ਤੋਂ ਬਾਅਦ ਆ ਗਿਆ ਜੀ ਆਪਣੀ ਥਰਡ MCQ ਕੀ ਆ ਵੀ ਨੈਟ ਇਨਵੈਸਟਮੈਂਟ ਇਜ਼ ਇਕੁਅਲ ਟੂ, ਆਪਾਂ ਦੋ ਆਪਸ਼ਨਸ ਹੀ ਲਿਖੀਆਂ ਨੇ ਤਾਂ ਇਹਦਾ ਜਿਹੜਾ ਮੇਨ ਆਨਸਰ ਕੀ ਆਊਗਾ ਗ੍ਰੋਸ ਇਨਵੈਸਟਮੈਂਟ ਮਾਈਨਸ ਡੈਪਰੀਸ਼ੀਏਸ਼ਨ। ਇਹ ਕਲਾਸੀਫਿਕੇਸ਼ਨ ਆਫ ਗੁੱਡ ਜੋ ਆਪਾਂ ਨੇ ਪਹਿਲੀ ਕੀਤਾ ਵੀ ਉਹ ਐਂਡ ਯੂਜ਼ ਤੋਂ ਪਤਾ ਲੱਗਦਾ ਵੀ ਗੁੱਡਸ ਕਿਹੜੇ ਪ੍ਰਕਾਰ ਦੀਆਂ ਨੇ। ਉਸ ਤੋਂ ਬਾਅਦ ਆ ਗਿਆ ਜੀ ਇਨਕਮ ਆਫ ਦਾ ਫੈਮਿਲੀ। ਹੁਣ ਜਿਹੜਾ ਆਪਣਾ ਦੂਸਰਾ ਚੈਪਟਰ ਆ ਉਸ ਦੇ ਵਿੱਚ ਦੋ ਕਨਸੈਪਟ ਨੇ ਆਪਣੇ ਵੇਰੀਏਬਲ ਨੇ, ਇੱਕ ਆਪਣਾ ਕੀ ਹੁੰਦਾ ਫਲੋ ਕਨਸੈਪਟ, ਇੱਕ ਹੁੰਦਾ ਆਪਣਾ ਸਟਾਕ ਕਨਸੈਪਟ। ਤਾਂ ਫਲੋ ਕੀ ਹੁੰਦਾ ਜਦੋਂ ਆਪਾਂ ਕਿਸੇ ਜਿਹੜਾ ਮਤਲਬ ਕੁਆਂਟੀਟੀ ਆ ਉਹਦੀ ਆਪਾਂ ਮੈਜ਼ਰਮੈਂਟ ਕਰਦੇ ਆ ਇੱਕ ਪੀਰੀਅਡ ਆਫ ਟਾਈਮ ਤੇ, ਤਾਂ ਉਹਨੂੰ ਆਪਾਂ ਕੀ ਕਹਿੰਦੇ ਆ ਫਲੋ ਕਹਿੰਦੇ ਆ। ਜਿਵੇਂ ਇਨਕਮ ਹੋ ਆਪਣੇ ਚੇਂਜ ਹੋਇਆ ਵਾ ਸਪਲਾਈ ਆਫ ਮਨੀ ਦੇ ਵਿੱਚ ਇਨਕਮ ਹੋ ਗਈ, ਠੀਕ ਆ ਜੀ। ਇਹ ਆਪਣਾ ਕੀ ਆ ਸਾਰੀਆਂ ਐਗਜ਼ਾਮਪਲਸ ਕਿਹਦੀਆਂ ਨੇ ਫਲੋ ਦੀਆਂ ਨੇ। ਤੇ ਜਿਹੜਾ ਆਪਣਾ ਸਟਾਕ ਹੁੰਦਾ ਉਹਦੀ ਆਪਾਂ ਮੈਜ਼ਰਮੈਂਟ ਕਿਹਦੇ ਕਰਦੇ ਆ ਇੱਕ ਪੁਆਇੰਟ ਆਫ ਟਾਈਮ ਤੇ, ਤਾਂ ਉਹ ਆਪਾਂ ਕੀ ਕਹਿੰਦੇ ਆ ਉਹਨੂੰ ਸਟਾਕ ਕਹਿੰਦੇ ਆ। ਜਿਵੇਂ ਆਪਣੇ ਕੋਲੇ ਐਟ ਦੀ ਟਾਈਮ ਬੈਂਕ ਦੇ ਵਿੱਚ ਕਿੰਨਾ ਪੈਸਾ ਪਿਆ ਵਾ, ਆਪਣੇ ਗਡਾਊਨ ਦੇ ਵਿੱਚ ਕਿੰਨੀ ਮਤਲਬ ਪ੍ਰੋਡਕਸ਼ਨ ਪਈ ਆ, ਜੋ ਪ੍ਰੋਡਕਟ ਪਏ ਨੇ ਕੋਈ ਵੀ ਰਾਈਸ ਆ ਜਾਂ ਮਤਲਬ ਕੁਆਂਟੀਟੀ ਪਈ ਆ ਰਾਈਸ ਦੀ ਕਿੰਨੀ ਆਪਣੇ ਕੋਲੇ ਐਟ ਦੀ ਟਾਈਮ, ਤਾਂ ਉਹ ਆਪਣੇ ਲਈ ਕੀ ਆ ਸਟਾਕ ਕਨਸੈਪਟ ਆ। ਸਪਲਾਈ ਆਫ ਮਨੀ ਇਨ ਦਾ ਇਕਨੋਮੀ ਸਟਾਕ ਕਨਸੈਪਟ ਆ। ਜਿਹੜਾ ਆਪਣਾ ਵੈਲਥ ਆ ਉਹ ਸਟਾਕ ਕਨਸੈਪਟ ਆ। ਆਪਣਾ ਕਿੰਨਾ ਪੈਸਾ ਇਨਵੈਸਟਮੈਂਟ ਕਰੀ ਹੋਈ ਆ ਬਿਜ਼ਨਸ ਦੇ ਵਿੱਚ ਜੋ ਆਪਣੀ ਕੈਪੀਟਲ ਆ ਉਹ ਕਿਹੜਾ ਕਨਸੈਪਟ ਆ ਜੀ ਸਟਾਕ ਕਨਸੈਪਟ ਆ। ਬਟ ਜਦੋਂ ਆਪਾਂ ਕਿਸੇ ਕੁਆਂਟੀਟੀ ਦੀ ਜੋ ਮੈਜ਼ਰਮੈਂਟ ਆ ਜਾਂ ਵੇਰੀਏਬਲ ਦੀ ਮੈਜ਼ਰਮੈਂਟ ਕਰਦੇ ਆ ਕਿ ਪੀਰੀਅਡ ਆਫ ਟਾਈਮ ਤੇ ਉਹ ਫਲੋ ਕਨਸੈਪਟ ਆ। ਜਦੋਂ ਇੱਕ ਪੁਆਇੰਟ ਆਫ ਟਾਈਮ ਤੇ ਆਪਾਂ ਮੈਜ਼ਰਮੈਂਟ ਕਰਦੇ ਆ ਸਪੈਸੀਫਿਕ ਪੁਆਇੰਟ ਆਫ ਟਾਈਮ ਤੇ ਉਹਨੂੰ ਆਪਾਂ ਕੀ ਕਹਿੰਦੇ ਆ ਸਟਾਕ ਕਹਿੰਦੇ ਆ। ਉਸ ਤੋਂ ਬਾਅਦ 3 ਫੇਸ ਸਰਕੂਲਰ ਫਲੋ ਦੇ ਆਪਾਂ ਨੇ ਕਿੰਨੇ ਫੇਸ ਨੇ 3 ਫੇਸ ਨੇ। ਪਹਿਲਾ ਆ ਗਿਆ ਪ੍ਰੋਡਕਸ਼ਨ, ਆਪਾਂ ਪ੍ਰੋਡਕਸ਼ਨ ਕਰਾਂਗੇ ਤਾਂ ਪ੍ਰੋਡਕਸ਼ਨ ਦੇ ਨਾਲ ਕਿਉਂ ਕੰਟਰੀ ਦੇ ਵਿੱਚ ਵੈਲਿਊ ਐਡੀਸ਼ਨ ਹੋਊਗੀ। ਜੋ ਆਪਾਂ ਨੇ ਇਨਕਮ ਜਦੋਂ ਆਪਾਂ ਨੈਸ਼ਨਲ ਇਨਕਮ ਕੈਲਕੂਲੇਟ ਕਰਦੇ ਆ ਉਹਦੇ ਲਈ 3 ਮੈਥਡ ਯੂਜ਼ ਕੀਤੇ ਜਾਂਦੇ ਨੇ, ਉਹ 3 ਮੈਥਡ ਕਿਤੋਂ ਜਨਰੇਟ ਹੋਏ ਨੇ ਜਿਹੜਾ ਆਪਣਾ ਸਰਕੂਲਰ ਫਲੋ ਆਫ ਇਨਕਮ ਆ। ਤਾਂ ਪਹਿਲਾ ਫੇਸ ਕੀ ਆ ਪ੍ਰੋਡਕਸ਼ਨ, ਜੇ ਪ੍ਰੋਡਕਸ਼ਨ ਹੋਊਗੀ ਤਾਂ ਆਪਣੀ ਕੀ ਆ ਵੈਲਿਊ ਐਡੀਸ਼ਨ ਹੋ ਰਹੀ ਆ ਤਾਂ ਉਹ ਤੋਂ ਵੈਲਿਊ ਐਡਡ ਮੈਥਡ ਬਣਿਆ। ਉਸ ਤੋਂ ਬਾਅਦ ਆ ਗਿਆ ਜਨਰੇਸ਼ਨ ਆਫ ਇਨਕਮ, ਜੇ ਇਨਕਮ ਜਨਰੇਟ ਆਪਣੇ ਕੋਲੇ ਵੈਲਿਊ ਐਡੀਸ਼ਨ ਹੋਈ ਆ ਮਤਲਬ ਕਹਿਣ ਦਾ ਫੈਕਟਰ ਆਫ ਪ੍ਰੋਡਕਸ਼ਨ ਯੂਜ਼ ਕਰੇ ਨੇ ਤਾਂ ਉਹਦੇ ਬਦਲੇ ਫੈਕਟਰ ਪੇਮੈਂਟ ਕਰੀ ਜਾਊਗੀ ਪ੍ਰੋਡਿਊਸਰ ਸੈਕਟਰ ਦੁਆਰਾ ਹਾਊਸ ਹੋਲਡ ਨੂੰ, ਤਾਂ ਉਹ ਕੀ ਬਣ ਜਾਣੀ ਹੈ ਇਨਕਮ ਬਣ ਜਾਣੀ ਹੈ। ਤਾਂ ਉਹ ਇਨਕਮ ਆ ਗਈ ਤਾਂ ਉਹਦੇ ਬਾਅਦ ਕਿੰਨੀ ਕੰਟਰੀ ਦੇ ਵਿੱਚ ਇਨਕਮ ਜਨਰੇਟ ਹੋਈ ਆ ਉਹ ਤੋਂ ਆਪਣਾ ਕਿਹੜਾ ਮੈਥਡ ਬਣਿਆ ਵਾ ਫਿਰ ਇਨਕਮ ਮੈਥਡ ਬਣਿਆ। ਹੁਣ ਜੇ ਇਨਕਮ ਆ ਗਈ ਤਾਂ ਫਿਰ ਆਪਾਂ ਕੀ ਕਰਾਂਗੇ ਸਪੈਂਡ ਕਰਾਂਗੇ ਖਰਚ ਕਰਾਂਗੇ, ਤਾਂ ਡਿਸਪੋਜੀਸ਼ਨ ਜਾਂ ਐਕਸਪੈਂਡੀਚਰ ਆਫ ਇਨਕਮ, ਤਾਂ ਉਹ ਤੋਂ ਆਪਣਾ ਜੋ ਤੀਸਰਾ ਮੈਥਡ ਬਣਿਆ ਨੈਸ਼ਨਲ ਇਨਕਮ ਕੈਲਕੂਲੇਟ ਕਰਨ ਦਾ ਉਹ ਕਿਹੜਾ ਮੈਥਡ ਬਣਿਆ ਜੀ ਐਕਸਪੈਂਡੀਚਰ ਮੈਥਡ। ਤਾਂ ਨੈਸ਼ਨਲ ਇਨਕਮ ਨੂੰ ਕੈਲਕੂਲੇਟ ਕਰਨ ਦੇ 3 ਮੈਥਡ ਨੇ, ਵੈਲਿਊ ਐਡਡ, दूसरा अपना इनकम मैथड, तीसरा अपना एक्सपेंडिचर मैथड। हाँ जी, उस तो बाद आ गया जी कंजम्पशन गुड्स। कंजम्पशन गुड्स ਨੂੰ ਆਪਾਂ ਕੰਜ਼ਿਊਮਰ ਗੁੱਡਸ ਵੀ ਕਹਿੰਦੇ ਆ ਜਿਹੜੀਆਂ ਕੰਜ਼ਿਊਮਰ ਦੁਆਰਾ ਖਰੀਦੀਆਂ ਜਾਂਦੀਆਂ ਨੇ ਆਪਣੀ ਵਾਂਟਸ ਨੂੰ ਸੈਟੀਸਫਾਈਡ ਕਰਨ ਦੇ ਲਈ। ਤੇ ਉਸ ਤੋਂ ਬਾਅਦ ਆ ਗਿਆ ਜੀ ਆਲ ਮਸ਼ੀਨਸ ਆਰ ਨਾਟ ਕੈਪੀਟਲ ਗੁੱਡਸ, ਵੀ ਜਿਹੜੀਆਂ ਸਾਰੀਆਂ ਮਸ਼ੀਨਾਂ ਨੇ ਕੈਪੀਟਲ ਗੁੱਡਸ ਨਹੀਂ ਹੁੰਦੀਆਂ। ਜਿਵੇਂ ਇੱਕ ਸਵਿੰਗ ਮਸ਼ੀਨ ਆ ਟੇਲਰ ਦੇ ਲਈ ਉਹ ਕੈਪੀਟਲ ਗੁੱਡ ਆ ਕਿਉਂਕਿ ਉਹ ਤੋਂ ਕੀ ਆ ਉਹ ਇਨਕਮ ਜਨਰੇਟ ਕਰ ਰਿਹਾ ਵਾ। ਜਿਵੇਂ ਸਵਿੰਗ ਮਸ਼ੀਨ ਆਪਾਂ ਘਰੇ ਯੂਜ਼ ਕਰ ਰਹੇ ਆ ਠੀਕ ਆ ਜੀ, ਤਾਂ ਆਪਣੇ ਲਈ ਕੀ ਹੋਊਗੀ ਕੰਜ਼ਿਊਮਰ ਗੁੱਡ ਹੋਊਗੀ ਜਿਹਨੂੰ ਆਪਾਂ ਸਿਰਫ ਆਪਣੀ ਬੇਸਿਕ ਰਿਕੁਆਇਰਮੈਂਟ ਲਈ ਯੂਜ਼ ਕਰ ਰਹੇ ਆ। ਆਪਾਂ ਫਰਦਰ ਕੀ ਆ ਉਹਨੂੰ ਆਪਾਂ ਇਨਕਮ ਜਨਰੇਟ ਕਰਨ ਲਈ ਯੂਜ਼ ਨਹੀਂ ਕਰ ਰਹੇ ਹੈਗੇ, ਤਾਂ ਆਪਣੇ ਲਈ ਕੀ ਹੋਊਗੀ ਕੰਜ਼ਿਊਮਰ ਗੁੱਡ। ਹੈਗੀ ਤਾਂ ਸਵਿੰਗ ਮਸ਼ੀਨ ਹੀ ਆਪਣੇ ਲਈ ਵੀ
ਇੱਕ ਟੇਲਰ ਦੇ ਲਈ ਵੀ, ਬਟ ਉਹਦਾ ਜਿਹੜਾ ਯੂਜ਼ ਆ ਉਹ ਡਿਫਰੈਂਟ ਆ। ਇੱਕ ਆਪਣੀ ਵਾਂਟਸ ਦੇ ਲਈ ਸੈਟੀਸਫਾਈ ਕਰਨ ਲਈ ਹੋ ਰਿਹਾ, ਇੱਕ ਆਪਣਾ ਇਨਕਮ ਜਨਰੇਟ ਕਰਨ ਲਈ ਹੋ ਰਿਹਾ ਵਾ। ਤਾਂ ਟੇਲਰ ਦੇ ਲਈ ਕੀ ਆ, ਸਵਿੰਗ ਮਸ਼ੀਨ ਕੈਪੀਟਲ ਗੁੱਡ ਆ, ਬਟ ਜੋ ਇੱਕ ਆਪਾਂ ਹਾਊਸ ਹੋਲਡ ਦੇ ਲਈ ਕੀ ਬਣ ਜਾਣੀ ਆ, ਉਹ ਕੰਜ਼ਿਊਮਰ ਗੁੱਡ ਬਣ ਜਾਣੀ ਆ। ਉਸ ਤੋਂ ਬਾਅਦ ਆ ਗਿਆ ਆਲ ਕੈਪੀਟਲ ਔਰ ਪ੍ਰੋਡਿਊਸਰ ਗੁੱਡਸ। ਹੁਣ ਪ੍ਰੋਡਿਊਸਰ ਗੁੱਡਸ ਕਿਹੜੀਆਂ ਹੁੰਦੀਆਂ ਨੇ, ਜਿਹੜੀਆਂ ਆਪਾਂ ਯੂਜ਼ ਕਰਦੇ ਹਾਂ ਫਰਦਰ ਪ੍ਰੋਡਕਸ਼ਨ ਕਰਨ ਦੇ ਲਈ। ਹੁਣ ਇਹਦੇ ਵਿੱਚ ਕਿਹੜੀਆਂ ਗੁੱਡਸ ਹੋ ਸਕਦੀਆਂ ਨੇ, ਇੱਕ ਐਜ਼ ਏ ਰॉ ਮਟੀਰੀਅਲ ਹੋ ਗਿਆ ਆਪਣਾ, ਇੱਕ ਹੋ ਗਈਆਂ ਫਿਕਸ ਐਸੈਟਸ ਜਿਨ੍ਹਾਂ ਨੂੰ ਆਪਾਂ ਯੂਜ਼ ਕਰਦੇ ਹਾਂ ਫਰਦਰ ਪ੍ਰੋਡਕਸ਼ਨ ਕਰਨ ਦੇ ਲਈ। ਹੁਣ ਕਹਿੰਦੇ ਵੀ ਜਿਹੜੀਆਂ ਸਾਰੀਆਂ ਪ੍ਰੋਡਿਊਸਰ ਨੇ ਉਹ ਕੈਪੀਟਲ ਗੁੱਡਸ ਨਹੀਂ ਹੁੰਦੀਆਂ। ਹੁਣ ਇੱਥੇ ਜਿਹੜਾ ਆਪਣਾ ਰॉ ਮਟੀਰੀਅਲ ਆ ਉਹ ਸਿੰਗਲ ਯੂਜ਼ ਪ੍ਰੋਡਿਊਸਰ ਗੁੱਡਸ ਆ, ਜਿਹੜਾ ਰਿਪੀਟ ਬਾਰ-ਬਾਰ ਯੂਜ਼ ਨਹੀਂ ਹੁੰਦਾ ਹੈਗਾ। ਤਾਂ ਉੱਥੇ ਜਿਹੜਾ ਮੀਨਿੰਗ ਆ ਕੈਪੀਟਲ ਗੁੱਡਸ ਦਾ ਉਹ ਕੀ ਹੋ ਜਾਂਦਾ ਵਾ, ਫੇਲ ਹੋ ਜਾਂਦਾ, ਕਿਉਂਕਿ ਕੈਪੀਟਲ ਗੁੱਡਸ ਦਾ ਆਪਾਂ ਕਈ ਸਾਲਾਂ ਤੱਕ ਬਾਰ-ਬਾਰ ਯੂਜ਼ ਕਰਦੇ ਹਾਂ ਫਰਦਰ ਪ੍ਰੋਡਕਸ਼ਨ ਕਰਨ ਦੇ ਲਈ, ਬਟ ਜਿਹੜਾ ਰॉ ਮਟੀਰੀਅਲ ਇੱਕ ਵਾਰ ਯੂਜ਼ ਹੋ ਗਿਆ ਉਹਨੂੰ ਆਪਾਂ ਦੁਬਾਰੇ ਯੂਜ਼ ਨਹੀਂ ਕਰ ਸਕਦੇ ਹੈਗੇ। ਉਸ ਤੋਂ ਬਾਅਦ ਆ ਗਿਆ ਮਾਈਕਰੋ ਐਂਡ ਮਾਈਕਰੋ ਇਕਨੋਮਿਕਸ। ਜੇ ਆਪਣੀ ਜਿਹੜੀ ਮਾਈਕਰੋ ਦੀ ਆਪਾਂ ਗੱਲ ਕਰੀਏ, ਮਾਈਕਰੋ ਦੇ ਵਿੱਚ ਆਪਾਂ ਜਿਹੜੇ ਡਿਸੀਜਨ ਲੈਂਦੇ ਨੇ ਇਕਨੋਮਿਕ ਡਿਸੀਜਨ ਉਹ ਲੈਂਦੇ ਨੇ ਇਹ ਆਪਣੇ ਇੰਡੀਵਿਜੂਅਲ ਲੈਵਲ ਦੇ ਇਕਨੋਮਿਕ ਏਜੰਟ। ਇੰਡੀਵਿਜੂਅਲ ਲੈਵਲ ਦੇ ਇਕਨੋਮਿਕ ਏਜੰਟ ਕੌਣ ਆ ਗਏ, ਕੰਜ਼ਿਊਮਰ ਤੇ ਪ੍ਰੋਡਿਊਸਰ। ਕੰਜ਼ਿਊਮਰ ਇੱਥੇ ਆਪਣੀ ਇਨਕਮ ਨੂੰ ਇਸ ਤਰੀਕੇ ਨਾਲ ਸਪੈਂਡ ਕਰੇ ਵੀ ਉਹਨੂੰ ਮੈਕਸਿਮਮ ਸੈਟੀਸਫੈਕਸ਼ਨ ਮਿਲ। ਪ੍ਰੋਡਿਊਸਰ ਦਾ ਮੇਨ ਮੋਟਿਵ ਕੀ ਹੁੰਦਾ ਵਾ, ਪ੍ਰੋਫਿਟ ਮੈਕਸਿਮਾਈਜ਼ ਕਰਨਾ। ਮਾਈਕਰੋ ਦੇ ਵਿੱਚ ਜਿਹੜੇ ਇਕਨੋਮਿਕ ਡਿਸੀਜਨ ਲਏ ਜਾਂਦੇ ਨੇ ਉਹ ਇੰਸਟੀਟਿਊਸ਼ਨ ਲੈਵਲ ਦੇ ਇਕਨੋਮਿਕ ਏਜੰਟ ਹੁੰਦੇ ਨੇ, ਜਿਵੇਂ RBI, ਸੈਬੀ ਹੋ ਗਈ, ਗਵਰਨਮੈਂਟ ਹੋ ਗਈ। ਤੇ ਉਸ ਤੋਂ ਬਾਅਦ ਜਿਹੜਾ ਆਪਣਾ ਮੈਥਡ ਆਫ ਸਟੱਡੀ ਯੂਜ਼ ਕੀਤਾ ਜਾਂਦਾ ਇਨ ਮਾਈਕਰੋ ਇਕਨੋਮਿਕਸ ਉਹ ਹੁੰਦਾ ਵਾ ਪਾਰਸ਼ੀਅਲ ਇਕੁਇਲਿਬਰੀਅਮ ਐਨਾਲਿਸਿਸ। ਜਿਹੜਾ ਆਪਣਾ ਮਾਈਕਰੋ ਇਕਨੋਮਿਕ ਦੇ ਵਿੱਚ ਯੂਜ਼ ਕੀਤਾ ਜਾਂਦਾ ਹੁੰਦਾ ਵਾ ਜਨਰਲ ਇਕੁਇਲਿਬਰੀਅਮ ਐਨਾਲਿਸਿਸ। ਜਿਹੜੀ ਆਪਣੀ ਮਾਈਕਰੋ ਇਕਨੋਮਿਕਸ ਆ ਇਹਦੇ ਵਿੱਚ ਮਾਰਕੀਟ ਫੋਰਸਸ ਮੇਨ ਰੋਲ ਪਲੇ ਕਰਦੀ ਆ। ਜੋ ਆਪਣੀ ਮਾਈਕਰੋ ਇਕਨੋਮਿਕਸ ਆ ਇਹਦੇ ਵਿੱਚ ਮੋਨੇਟਰੀ ਪਾਲਿਸੀ, ਜੋ ਫਿਸਕਲ ਪਾਲਿਸੀ ਆ ਇਹ ਕੀ ਆ, ਮੇਨ ਰੋਲ ਪਲੇ ਕਰਦੀ ਹੈ।